ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ ਦੀ ਵਿਚਾਰ ਆਪਾਂ ਕਰ ਰਹੇ ਹਾਂ। ਆਵਾਜ਼ ਆਉਣੀ ਸ਼ੁਰੂ ਹੋ ਗਈ ਕਿ ਨਹੀਂ ਜੀ? ਹਾਂਜੀ। ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ ਆਪਾਂ ਵਿਚਾਰ ਰਹੇ ਸੀ ਕਿ ਜਦੋਂ ਮਾਲਕ ਕਿਰਪਾ ਕਰਦਾ ਹੈ ਉਹ ਸਾਡੇ ਮਨ ਨੂੰ ਆਪਣੇ ਚਰਨ ਕਮਲਾਂ ਦੇ ਨਾਲ ਰਤ ਲੈਂਦਾ ਹੈ। ਆਪਣੇ ਜਨਾਂ ਦਾ ਸੰਗ ਦੇ ਕੇ ਆਪ ਗਿਆਨ ਬਖਸ਼ਿਸ਼ ਕਰ ਦਿੰਦਾ ਹੈ। ਉਹ ਗਿਆਨ ਜਿਸ ਨਾਲ ਫਿਰ ਅਸੀਂ ਉਸ ਮਾਲਕ ਦੇ ਨਾਲ ਮਿਲਾਪ ਕਰ ਲੈਂਦੇ ਹਾਂ ਅਤੇ ਜਿਹੜੀ ਆਪਣੀ ਮੱਤ ਦੁਆਰਾ ਚੱਲਦੇ ਹੁੰਦੇ ਪਹਿਲਾਂ ਉਸ ਨੂੰ ਛੱਡ ਦਿੰਦੇ ਹਾਂ, ਕਿਉਂਕਿ ਆਪਣੀ ਮੱਤ ਤਿਆਗ ਕੇ ਹੀ ਆਪਾਂ ਗੁਰ ਦੀ ਮੱਤ ਨੂੰ ਗ੍ਰਹਿਣ ਕਰਕੇ ਭਗਤੀ ਕਰ ਸਕਦੇ ਹਾਂ। ਕਿਉਂਕਿ ਆਪਣੀ ਮੱਤ ਦੁਆਰਾ ਚਾਹੇ ਕਿੱਡਾ ਕੋਈ ਸਿਆਣਾ ਜੀਵ ਹੋਵੇ, ਪਰਮੇਸ਼ਰ ਦੀ ਭਗਤੀ ਨਹੀਂ ਕਰ ਸਕਦਾ। ਮਹਾਰਾਜ ਸਮਝਾਉਂਦੇ ਨੇ, ਗੁਰ ਕੀ ਮਤ ਤੂੰ ਲੈ ਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ। ਚਰਨ ਕਮਲਾਂ ਦੇ ਮਨ ਦੇ ਵਿੱਚ ਵਸਾਉਣਾ ਹੈ। ਹਰਨ ਭਰਨ ਸੰਪੂਰਨਾ, ਚਰਨ ਕਮਲ ਰੰਗ ਰਿਤਨੋ। ਨਾਨਕ ਉਦਰੇ ਸਾਧ ਸੰਗ, ਕਿਰਪਾ ਨਿਧ ਮੈਂ ਦਿੱਤਨੋ। ਕਿਰਪਾ ਨਿਧ ਮਾਲਕ ਦਇਆ ਕਰਦਾ ਹੈ ਜਦੋਂ ਇਹ ਬਖਸ਼ਿਸ਼ ਕਰ ਦਿੰਦਾ ਹੈ, ਫਿਰ ਮਨ ਚਰਨ ਕਮਲਾਂ ਦੇ ਵਿੱਚ ਰਤਿਆ ਜਾਂਦਾ ਹੈ। ਇੱਥੇ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਆਓ ਅਗਲੇ ਸ਼ਬਦ ਦੀ ਵਿਚਾਰ ਕਰਦੇ ਹਾਂ। ਗੌੜੀ ਰਾਗ ਦੇ ਵਿੱਚ ਮਹੱਲਾ ਪੰਜਵਾਂ। ਮੋਹੇ ਦਾਸਰੋ ਠਾਕੁਰ ਕੋ, ਧਾਨ ਪ੍ਰਭ ਕਾ ਖਾਨਾ। ਵੀ ਮੈਂ ਦਾਸਰਾ ਹਾਂ, ਮੈਂ ਸੇਵਕ ਹਾਂ, ਮੈਂ ਚਾਕਰ ਹਾਂ ਠਾਕੁਰ ਦਾ, ਪਰਮੇਸ਼ਰ ਦਾ, ਅਕਾਲ ਪੁਰਖ ਵਾਹਿਗੁਰੂ ਦਾ, ਗੋਬਿੰਦ ਦਾ, ਅਤੇ ਮੇਰਾ ਆਪਣਾ ਕੁਛ ਨਹੀਂ ਹੈ। ਸਾਡੇ ਕੋਲ ਜੋ ਵੀ ਹੈ ਦਿੱਤਾ ਹੋਇਆ ਉਸ ਪ੍ਰਭੂ ਦਾ ਹੈ। ਜੋ ਮਨ ਖਾਂਦਾ ਹੈ, ਜੋ ਮਨ ਖਰਚਦਾ ਹੈ, ਸਭ ਪ੍ਰਭੂ ਦਾ ਦਿੱਤਾ ਹੋਇਆ ਹੈ। ਅਸੀਂ ਉਸ ਦੇ ਚਾਕਰ ਹਾਂ, ਕਿਉਂਕਿ ਉਸ ਦੀ ਚਾਕਰੀ, ਉਸ ਦੀ ਪੋਸਦਾਰੀ ਕਰਦੇ ਹਾਂ। ਧਾਨ ਪ੍ਰਭ ਕਾ ਖਾਨਾ, ਉਸ ਪ੍ਰਭੂ ਦਾ ਧਨ ਹੈ ਜੋ ਸਾਨੂੰ ਖਰਚ ਵਾਸਤੇ ਤੇ ਖਾਣ ਵਾਸਤੇ ਹੈ। ਇਹ ਰਹੋ ਪੰਕਤੀਆਂ ਸੀ। ਐਸੋ ਹੈ ਰੇ ਖਸਮ ਹਮਾਰਾ, ਖਿਨ ਮਹਿ ਸਾਜ ਸਵਾਰਨਹਾਰਾ। ਐਸਾ ਖਸਮ ਹੈ ਸਾਡਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ, ਜੋ ਸਾਡਾ ਸਾਰਿਆਂ ਦਾ ਇੱਕੋ ਹੀ ਖਸਮ ਹੈ, ਜਿਸ ਨੂੰ ਸੱਚ ਕਹਿ ਦਿੱਤਾ ਹੈ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ। ਪਰ ਪ੍ਰਾਪਤ ਕੌਣ ਕਰਦਾ? ਜਿਹਨੂੰ ਬਖਸ਼ਿਸ਼ ਕਰਦਾ ਹੈ। ਜਿਹੜਾ ਇੱਕ ਖਿੰਨ ਦੇ ਵਿੱਚ ਹੀ ਸਾਜ ਦਿੰਦਾ ਹੈ। ਮਨ ਨੂੰ ਕਿਵੇਂ ਸਾਜਦਾ ਹੈ? ਕਿਉਂਕਿ ਜਿਹੜਾ ਮਨ ਸਾਡਾ ਪਹਿਲਾਂ ਜਿਸ ਰੂਪ ਦੇ ਵਿੱਚ ਹੈ, ਉਸ ਰੂਪ ਨੂੰ ਕਿਹਾ ਹੈ, ਜਿਹੜਾ ਮਨ ਹੈ ਸਾਡਾ ਕਰਮ ਅਤੇ ਧਰਮ ਤੱਕ ਸੀਮਿਤ ਹੁੰਦਾ ਹੈ। ਉਦੋਂ ਤੱਕ ਮਨ ਇਹ ਸਮਝਦਾ ਹੈ ਕਿ ਮੈਂ ਪੰਜ ਤੱਤਾਂ ਤੋਂ ਜਨਮਿਆ ਹੋਇਆ ਹਾਂ। ਇਹ ਮਨ ਕਰਮਾਂ,
ਇਹ ਮਨ ਧਰਮਾ, ਇਹ ਮਨ ਪੰਚ ਤਤ ਤੇ ਜਨਮਾ, ਸਾਕਤ ਲੋਭੀ ਇਹ ਮਨ ਮੂੜਾ। ਐਸਾ ਮਨ ਜਿਹੜਾ ਕਹਿੰਦਾ ਮੈਂ ਕਰਮ ਦੇ ਵਿੱਚ ਹਾਂ, ਮੈਂ ਧਰਮ ਦੇ ਵਿੱਚ ਹਾਂ, ਮੈਂ ਪੰਜ ਤੱਤਾਂ ਤੋਂ ਹਾਂ, ਐਸੇ ਮਨ ਨੂੰ ਮਹਾਰਾਜ ਸਮਝਾਉਂਦੇ ਨੇ ਸਾਕਤ ਹੈ, ਲੋਭੀ ਹੈ, ਮੂਰਖ ਮਨ ਹੈ। ਤੇ ਜਿਹੜੇ ਗੁਰਮੁਖ ਨੇ ਉਹਨਾਂ ਦਾ ਮਨ ਕਿਹੜਾ ਹੈ? ਗੁਰਮੁਖ ਨਾਮ ਜਪੈ ਮਨ ਰੂੜਾ। ਗੁਰਮੁਖਾਂ ਦਾ ਮਨ ਜਿਹੜਾ ਹੈ ਉਹ ਪੰਜ ਤੱਤਾਂ ਦਾ ਨਹੀਂ, ਉਹ ਪ੍ਰਕਾਸ਼ ਤੱਤ ਹੈ, ਇੱਕ ਤੱਤ ਦਾ ਹੈ, ਪ੍ਰਕਾਸ਼ ਤੱਤ ਦਾ। ਉਹ ਪ੍ਰਕਾਸ਼ ਰੂਪ ਹੈ, ਉਹ ਸੋਹਣਾ ਹੈ, ਉਹ ਸੁੰਦਰ ਹੈ, ਉਹ ਕਰਮ ਧਰਮ ਤੋਂ ਨਿਰਲੇਪ ਹੈ, ਕਿਉਂਕਿ ਉਹ ਨਾਮ ਤੱਕ ਸੀਮਤ ਹੈ। ਨਾਮ ਤੇ ਆਉਂਦਾ ਹੈ, ਨਾਮ ਨੂੰ ਜਪਦਾ ਹੈ। ਇਸ ਕਰਕੇ ਆਪ ਮਾਲਕ ਜਦੋਂ ਦਇਆ ਕਰਦਾ ਹੈ, ਫਿਰ ਸਾਡੇ ਮਨ ਨੂੰ, ਇਸ ਅਸਥੂਲ ਨੂੰ ਪ੍ਰਕਾਸ਼ ਰੂਪ ਕਰ ਦਿੰਦਾ ਹੈ। ਸਾਡੇ ਮਨ ਨੂੰ ਆਪ ਸਵਾਰ ਦਿੰਦਾ ਹੈ। ਜਿਹੜਾ ਮਨ ਦਾ ਵਿਗੜ ਰੂਪ ਹੋ ਚੁੱਕਿਆ ਹੈ, ਉਸ ਮਨ ਨੂੰ ਫਿਰ ਅਸਲੀ ਰੂਪ ਦੇ ਵਿੱਚ ਲੈ ਆਉਂਦਾ ਹੈ, ਪ੍ਰਕਾਸ਼ ਰੂਪ ਵਿੱਚ ਕਰ ਦਿੰਦਾ ਹੈ। ਕਿੰਨਾ ਕੁ ਟਾਈਮ ਲਾਉਂਦਾ ਹੈ? ਖਿਣ ਮਾਤਰ ਦੇ ਵਿੱਚ ਹੀ ਕਰ ਦਿੰਦਾ ਹੈ। ਕਾਮ ਕਰੀ ਜੇ ਠਾਕੁਰ ਭਾਵਾ। ਉਹ ਕੰਮ ਅਸੀਂ ਕਰਦੇ ਹਾਂ, ਪਰ ਤਾਂ ਹੀ ਕਰਦੇ ਹਾਂ ਜੇ ਉਸ ਨੂੰ ਪਾਉਂਦਾ ਹੈ। ਕਿਹੜਾ ਕੰਮ? ਗੀਤ ਚਰਿਤ ਪ੍ਰਭ ਕੇ ਗੁਣ ਗਾਵਾਂ। ਪ੍ਰਭੂ ਦੇ ਗੁਣ, ਪ੍ਰਭੂ ਦਾ ਭੇਤ, ਪ੍ਰਭੂ ਦੇ ਆਚਾਰ ਵਿਹਾਰ ਤਾਂ ਹੀ ਅਸੀਂ ਦੱਸ ਸਕਦੇ ਹਾਂ ਜੇ ਉਸ ਨੂੰ ਪਾਉਂਦਾ ਹੈ। ਜੋ ਸਾਨੂੰ ਹੁਕਮ ਕਰਦਾ ਹੈ, ਜੇ ਦਇਆ ਕਰਦਾ ਹੈ, ਫਿਰ ਅਸੀਂ ਉਸ ਦੇ ਬਾਰੇ ਕਹਿ ਸਕਦੇ ਹਾਂ, ਫਿਰ ਉਸ ਨੂੰ ਮਿਲਣ ਦਾ ਤਰੀਕਾ ਦੱਸ ਸਕਦੇ ਹਾਂ। ਗਾਵਨ ਤੁਧਨੋਂ, ਗਾਵੈ ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਗਾਵੈ ਕੋ ਗੁਣ ਵਡਿਆਈ ਆਚਾਰ। ਵੀ ਕੋਈ ਉਸ ਪ੍ਰਭੂ ਦੀ ਵਡਿਆਈ, ਉਹਦਾ ਆਚਾਰ, ਉਹਦੇ ਗੁਣ ਗਾਉਂਦਾ ਹੈ। ਗਾਵੈ ਕੋ ਵਿਦਿਆ ਵਿਖਮ ਵਿਚਾਰ। ਹੁਣ ਇਹ ਵਡਿਆਈ ਜਿਹੜੀ ਸਿਫਤ ਸਲਾਹ ਹੈ, ਉਹ ਕਦੋਂ ਕੀਤੀ ਜਾਂਦੀ? ਜਦੋਂ ਆਪ ਪ੍ਰਭੂ ਨੂੰ ਪਾਉਂਦਾ ਹੈ, ਆਪ ਫਿਰ ਆਪਣੇ ਗੁਣ ਗਾਉਂਦਾ ਹੈ। ਸਰਨ ਭਰਿਓ ਠਾਕੁਰ ਵਜੀਰਾ, ਤਿਨ ਦੇਖ ਮੇਰਾ ਮਨ ਧੀਰਾ। ਮਨ ਨੂੰ ਵਜ਼ੀਰ ਕਹਿ ਦਿੱਤਾ ਤੇ ਪਰਮੇਸ਼ਰ ਨੂੰ ਠਾਕੁਰ ਕਹਿ ਦਿੱਤਾ। ਜਦੋਂ ਮਨ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਚਲੇ ਜਾਂਦਾ ਹੈ, ਉਹਦੀ ਸ਼ਰਨ ਨੂੰ ਪ੍ਰਾਪਤ ਕਰ ਲੈਂਦਾ ਹੈ, ਫਿਰ ਮਨ ਨੂੰ ਧੀਰ ਆਉਂਦਾ ਹੈ। ਫਿਰ ਉਸ ਦੇ ਦਰਸ਼ਨ ਕਰਦਾ ਹੈ, ਪ੍ਰਭੂ ਦੇ ਦਰਸ਼ਨ ਕਰਦਾ, ਉਸ ਦੀ ਸ਼ਰਨ ਦੇ ਵਿੱਚ ਜਾ ਕੇ ਫਿਰ ਮਨ ਨੂੰ ਧੀਰਜ ਆਉਂਦਾ ਹੈ। ਫਿਰ ਮਾਲਕ ਨੂੰ ਪਾਉਂਦਾ ਹੈ, ਦਇਆ ਕਰਦਾ ਹੈ, ਫਿਰ ਆਪਣੀ ਸਿਫਤ ਸਲਾਹ ਦਾ ਖਜ਼ਾਨਾ ਬਖਸ਼ਿਸ਼ ਕਰਦਾ ਹੈ। ਏਕ ਟੇਕ ਏਕੋ ਆਧਾਰਾ, ਜਨ ਨਾਨਕ ਹਰ ਕੀ ਲਾਗਾ ਕਾਰਾ। ਫਿਰ ਪ੍ਰਭੂ ਕਿਰਪਾ ਕਰਦਾ ਹੈ ਜਦੋਂ ਅਸੀਂ ਇੱਕ ਹੀ ਟੇਕ ਰੱਖਦੇ ਹਾਂ ਪਰਮੇਸ਼ਰ ਦੀ, ਤੇ ਨਾਮ ਨੂੰ ਆਧਾਰ ਬਣਾ ਲੈਂਦੇ ਹਾਂ। ਕਿਸੇ ਦੂਜੇ ਨੂੰ ਆਧਾਰ ਨਹੀਂ ਬਣਾਉਂਦੇ, ਸਿਰਫ ਇੱਕ ਨਾਮ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟਹੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਇੱਕ ਟੇਕ, ਇੱਕ ਆਧਾਰ। ਫਿਰ ਆ ਮਾਲਕ ਆਪਣੇ ਕਾਰ ਦੇ ਵਿੱਚ ਲਾ ਦਿੰਦਾ ਹੈ। ਜਨ ਨਾਨਕ ਹਰ ਕੀ ਲਾਗਾ ਕਾਰਾ। ਫਿਰ ਹਰੀ ਦਾ ਜਨ ਹਰੀ ਦੀ ਕਾਰ ਦੇ ਵਿੱਚ ਲੱਗਦਾ ਹੈ, ਫਿਰ ਆਪ ਲਾਉਂਦਾ ਹੈ। ਕਿੱਥੇ ਲਿਜਾ ਕੇ ਲਾਉਂਦਾ ਹੈ? ਪਹਿਲਾਂ ਆਪਾਂ ਧਰਮਖੰਡ ਦੇ ਵਾਸੀ ਹੁੰਦੇ ਹਾਂ, ਸਾਰਾ ਸੰਸਾਰ ਹੀ ਵਸਦਾ ਹੈ ਧਰਮਖੰਡ ਦੇ ਵਿੱਚ। ਫਿਰ ਧਰਮਖੰਡ ਤੋਂ ਅੱਗੇ ਚੱਲਣ ਦੇ ਲਈ ਗਿਆਨ ਖੰਡ ਹੈ, ਜਿਹੜਾ ਪ੍ਰਚੰਡ ਗਿਆਨ ਹੈ, ਜਿਹੜਾ ਗੁਰ ਗਿਆਨ ਹੈ, ਜਿਹੜਾ ਆਪਾਂ ਅਭਿਆਸ ਧਿਆਨ ਲਾਉਂਦੇ ਹਾਂ।
ਤੇ ਉੱਥੋਂ ਅਸੀਂ ਧਿਆਨ ਲਾ ਕੇ ਕਿੱਥੇ ਚਲੇ ਜਾਂਦੇ ਹਾਂ? ਸਰਮਖੰਡ ਵਿੱਚ। ਸਰਮਖੰਡ ਦੇ ਵਿੱਚ ਜਿੱਥੇ ਸਾਡਾ ਪ੍ਰਕਾਸ਼ ਰੂਪ ਨਜ਼ਰ ਆਉਂਦਾ ਹੈ, ਜਿੱਥੇ ਮਨ ਪ੍ਰਕਾਸ਼ ਰੂਪ ਹੋ ਜਾਂਦਾ ਹੈ। ਸਰਮਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀ ਹੈ ਬਹੁਤ ਅਨੂਪ। ਜਿੱਥੇ ਮਨ ਦੀ ਸੁੰਦਰ ਘਾੜਤ ਘੜੀ ਜਾਂਦੀ ਹੈ, ਜਿੱਥੇ ਮਨ ਪ੍ਰਕਾਸ਼ ਰੂਪ ਹੋ ਜਾਂਦਾ ਹੈ, ਉਹ ਸਰਮਖੰਡ ਤੋਂ ਫਿਰ ਅੱਗੇ ਕਰਮਖੰਡ ਹੈ। ਕਰਮਖੰਡ ਦੇ ਵਿੱਚ ਫਿਰ ਮਾਲਕ ਜੋੜਨ ਦੀ ਡਿਊਟੀ ਲਾ ਦਿੰਦਾ ਹੈ ਵੀ ਹੁਣ ਗਿਆਨ ਦੇ ਕੇ ਦੂਜਿਆਂ ਨੂੰ ਜੋੜੋ। ਸਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋ। ਫਿਰ ਉਹ ਜੋੜਦਾ ਹੈ, ਕੋਈ ਜਨ ਹਰ ਸਿਓ ਦੇਵੈ ਜੋਰ, ਚਰਨ ਗਹੋ ਬਕੋ ਸੁਬਰਸਨਾ ਦੀਜੈ ਪ੍ਰਾਣ ਆਕੋਰ। ਫਿਰ ਕਈ ਜਨ ਫਿਰ ਹਰੀ ਨੂੰ ਜੋੜਨ ਦੀ ਡਿਊਟੀ ਲਾਉਂਦਾ ਹੈ। ਫਿਰ ਉਹ ਕਰਮਖੰਡ ਦੇ ਵਿੱਚ ਹੈ। ਇੱਦਾਂ ਫਿਰ ਸਮਝਾਉਂਦੇ ਨੇ। ਫਿਰ ਉਸ ਦੀ ਕਾਰ ਦੇ ਵਿੱਚ ਜਨ ਲੱਗਦਾ ਹੈ। ਜਨ ਨਾਨਕ ਹਰ ਕੀ ਲਾਗਾ ਕਰ। ਫਿਰ ਆਪ ਪ੍ਰਭੂ ਉਹਦੇ ਮਨ ਵਿੱਚ ਵਸ ਕੇ ਫਿਰ ਆਪਣੀ ਕਾਰ ਆਪ ਕਰਵਾਉਂਦਾ ਹੈ, ਆਪਣੀ ਵਿਚਾਰ ਆਪ ਕਰਵਾਉਂਦਾ ਹੈ। ਆਓ ਅਗਲਾ ਸ਼ਬਦ ਹੈ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ। ਹੈ ਕੋਈ ਐਸਾ ਹਉਮੈ ਤੋਰੈ। ਵੀ ਕੋਈ ਐਸਾ ਹੈਗਾ ਜਿਹੜਾ ਹਉਮੈ ਨੂੰ ਖਤਮ ਕਰ ਦੇਵੇ। ਹਉਮੈ ਕੀ ਹੈ? ਹਉਮੈ ਜਿੰਨੀ ਦੇਰ ਮਨ ਸਾਡਾ ਅਸਥੂਲ ਹੈ, ਆਕਾਰ ਦੇ ਵਿੱਚ ਹੈ, ਮਨ ਹਉਮੈ ਹੈ। ਜਦੋਂ ਮਨ ਪ੍ਰਕਾਸ਼ ਹੋ ਗਿਆ ਤੇ ਮਨ ਦੀ ਹਉਮੈ ਖਤਮ ਹੋ ਜਾਂਦੀ ਹੈ। ਕਿਉਂਕਿ ਆਮ ਸੰਸਾਰ ਦੇ ਵਿੱਚ ਕੀ ਹੈ? ਸੰਸਾਰ ਦੇ ਵਿੱਚ ਇੱਥੇ ਤੱਕ ਹੀ ਹੈ ਵੀ ਮੇਰੀ, ਆਪਾਂ ਕਹਿੰਦੇ ਆ ਮੇਰਾ ਹੈ, ਮੈਂ ਹੈ, ਮੈਂ ਕਰ ਦੂੰਗਾ, ਇਹ ਹਉਮੈ ਹੈ। ਇਹ ਹਉਮੈ ਨਹੀਂ ਹੈ, ਕਿਉਂਕਿ ਹਉਮੈ ਜਿੰਨੀ ਦੇਰ ਮਨ ਅਸਥੂਲ ਹੈ ਉਨੀ ਦੇਰ ਮਨ ਹਉਮੈ ਦੇ ਵਿੱਚ ਹੈ। ਜਦੋਂ ਮਨ ਪ੍ਰਕਾਸ਼ ਰੂਪ ਹੋ ਗਿਆ, ਨਿਰਾਕਾਰ ਰੂਪ ਹੋ ਗਿਆ, ਮਨ ਦਾ ਅਸਥੂਲ ਰੂਪ ਖਤਮ ਹੋ ਗਿਆ ਤੇ ਹਉਮੈ ਖਤਮ ਹੋ ਗਈ। ਮਨ ਨੂੰ ਹਉਮੈ ਕਰਕੇ ਅਸਥੂਲ ਹੈ। ਇਸ ਕਰਕੇ ਸਮਝਾਉਂਦੇ ਨੇ ਵੀ ਹੈਗਾ ਕੋਈ ਐਸਾ ਜਿਹੜਾ ਮਨ ਦੀ ਹਉਮੈ ਨੂੰ ਤੋੜ ਦੇਵੇ। ਇਸ ਮਿੱਠੀ ਤੇ ਇਹ ਮਨ ਹੋਰ ਹੈ। ਇਹ ਜਿਹੜੀ ਹਉਮੈ ਹੈ, ਜਿਹੜੀ ਮਿੱਠੀ ਲੱਗਦੀ ਹੈ ਸੰਸਾਰ ਨੂੰ ਆਕਾਰ ਦੇ ਵਿੱਚ, ਵੀ ਤੇ ਨਾਲੋਂ ਕੋਈ ਤੋੜ ਦੇਵੇ, ਛੁਡਾ ਦੇਵੇ ਮਨ ਨੂੰ ਇਸ ਮਾਇਆ ਤੋਂ, ਤ੍ਰੈ ਗੁਣਾ ਤੋਂ, ਅਸਥੂਲ ਤੋਂ ਮਨ ਨੂੰ ਪ੍ਰਕਾਸ਼ ਰੂਪ ਕਰ ਦੇਵੇ। ਐਸਾ ਕੋਈ ਹੈ? ਇਹ ਸਵਾਲ ਹੈ। ਇਹਦੇ ਵਿੱਚ ਰਹੋ ਪੰਕਤੀ ਹੈ ਇਸ ਸ਼ਬਦ ਦੇ ਵਿੱਚ ਵੀ ਕੋਈ ਐਸਾ ਹੈ ਜੋ ਇਹ ਤੋੜ ਦੇਵੇ। ਹੁਣ ਅੱਗੇ ਸ਼ਬਦ ਸ਼ੁਰੂ ਹੁੰਦਾ ਹੈ। ਅਗਿਆਨੀ ਮਾਨੁਖ ਭਇਆ ਜੋ ਨਾਹੀ ਸੋ ਲੋਰੈ। ਵੀ ਜਿਹੜਾ ਮਨੁੱਖ ਹੈ ਇਹ ਕਿਆ ਅਗਿਆਨੀ ਹੋ ਗਿਆ ਹੈ, ਅਗਿਆਨਤਾ ਦੇ ਵਿੱਚ ਹੈ। ਜੋ ਇਹਨੂੰ ਨਹੀਂ ਚਾਹੁੰਦਾ ਉਸ ਨੂੰ ਲੋੜਦਾ ਹੈ, ਜੋ ਇਸ ਨੂੰ ਚਾਹੀਦਾ ਉਹ ਨਹੀਂ ਕਰਦਾ, ਜੋ ਇਸ ਦੇ ਕਿਸੇ ਕੰਮ ਨਹੀਂ ਆਉਣਾ ਉਹਨਾਂ ਚੀਜ਼ਾਂ ਨੂੰ ਇਹ ਲੋੜਦਾ ਹੈ। ਸੰਸਾਰੀ ਵਸਤਾਂ ਹੋਰ ਸਾਰਾ ਕੁਛ ਲੋੜਦਾ ਹੈ, ਜੋ ਇਸ ਦੇ ਕੰਮ ਆਉਣਾ ਹੈ ਨਾਮ ਉਸ ਨੂੰ ਨਹੀਂ ਲੋੜਦਾ। ਰੈਣ ਅੰਧਾਰੀ ਕਾਰੀਆ ਕਵਨ ਜੁਗਤ ਜਿਤ ਪੋਰੈ। ਤੇ ਸਮਝਾਉਂਦੇ ਆ ਵੀ ਇੱਥੇ ਸੰਸਾਰ ਦੇ ਵਿੱਚ ਇਹ ਕਾਲੀ ਅੰਧਾਰੀ ਰਾਤ ਦੀ ਤਰ੍ਹਾਂ ਹੈ। ਸੰਸਾਰ ਜਿਹੜਾ ਹੈ ਕੋਈ ਐਸੀ ਜੁਗਤੀ ਜਿਹਦੇ ਨਾਲ ਪ੍ਰਕਾਸ਼ ਹੋ ਜਾਵੇ, ਅਗਿਆਨਤਾ ਦਾ ਅੰਧੇਰਾ ਖਤਮ ਹੋ ਜਾਵੇ, ਚਾਨਣ ਹੋ ਜਾਵੇ, ਦਿਨ ਚੜ੍ਹਾਵੇ। ਕਵਨ ਜੁਗਤ ਜਿਤ ਭੋਰਾ, ਭੋਰਾ ਕਹਿੰਦੇ ਆ ਪ੍ਰਕਾਸ਼ ਨੂੰ। ਭਰਮ ਤੋਂ ਹਾਰਿਆ ਅਨੇਕ ਵਿਧੀ ਕਰ ਟੋਰੈ। ਵੀ ਭਰਮ ਦਾ ਹਾਰ ਗਿਆ, ਬਹੁਤ ਸਾਰੇ ਵਿਧੀਆਂ ਜੁਗਤਾਂ ਕਰਕੇ ਦੇਖ ਲਈਆਂ, ਟੋਲ ਕੇ ਦੇਖ ਲਿਆ, ਥੱਕ ਗਿਆ, ਪਰ ਅਗਿਆਨਤਾ ਖਤਮ ਨਹੀਂ ਹੋਈ, ਅੰਧੇਰਾ ਖਤਮ ਨਹੀਂ ਹੋਇਆ।
ਕਹੋ ਨਾਨਕ ਕਿਰਪਾ ਭਈ ਸਾਧ ਸੰਗਤ ਨਿਤ ਮੋਰੈ। ਫਿਰ ਕੀ ਹੋਇਆ? ਫਿਰ ਮਾਲਿਕ ਨੇ ਕਿਰਪਾ ਕੀਤੀ, ਸਾਧ ਸੰਗਤ ਪ੍ਰਾਪਤ ਹੋਈ। ਕਹੋ ਨਾਨਕ ਕਿਰਪਾ ਭਈ ਸਾਧ ਸੰਗਤ ਨਿਧ ਮੋਰੈ। ਫਿਰ ਸਾਧ ਸੰਗਤ ਦੇ ਵਿੱਚ ਉਹ ਗਿਆਨ ਪ੍ਰਾਪਤ ਹੋਇਆ ਜਿਹਦੇ ਦੁਆਰਾ ਫਿਰ ਹਉਮੈ ਖਤਮ ਹੋਈ। ਕਿਉਂਕਿ ਜੀਵ ਲੱਭਦਾ ਸੀ। ਅਵਸਥਾ ਬਿਆਨ ਕਰ ਰਿਹਾ ਕਿ ਇੱਦਾਂ ਮੈਂ ਵਿਚਰਦਾ ਹਾਂ, ਮੈਂ ਟੋਲ ਵੀ ਰਿਹਾ, ਭਰਮ ਵੀ ਰਿਹਾ ਹਾਂ, ਪਰ ਕੋਈ ਐਸਾ ਮਿਲ ਨਹੀਂ ਸੀ ਰਿਹਾ ਪਹਿਲਾਂ ਜਿਹੜਾ ਮੇਰੀ ਹਉਮੈ ਨੂੰ ਤੋੜ ਦੇਵੇ, ਜਿਹੜਾ ਇਸ ਮਿੱਠੀ ਦੇ ਨਾਲੋਂ ਮੈਨੂੰ ਛੁਡਾ ਦੇਵੇ। ਲੇਕਿਨ ਫਿਰ ਮਾਲਕ ਨੇ ਕਿਰਪਾ ਕੀਤੀ, ਫਿਰ ਸਾਧ ਸੰਗਤ ਬਖਸ਼ਿਸ਼ ਕੀਤੀ, ਜਿੱਥੇ ਫਿਰ ਮੇਰੇ ਮਨ ਨੂੰ ਉਹ ਗਿਆਨ ਪ੍ਰਾਪਤ ਹੋਇਆ, ਉਹ ਨਿਧ ਪ੍ਰਾਪਤ ਹੋਈ, ਜਿਸ ਦੁਆਰਾ ਅਗਿਆਨਤਾ ਖਤਮ ਹੋਈ। ਆਓ ਅਗਲਾ ਸ਼ਬਦ ਹੈ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ। ਰਹੋ ਪੰਕਤੀ ਹੈ, ਇੱਕ ਹੀ ਪੰਕਤੀ ਹੈ। ਚਿੰਤਾ ਮਨ ਕਰੁਣਾ ਮੈ। ਉਹ ਪ੍ਰਭੂ ਜੋ ਸਾਡੀ ਆਸਾ ਨੂੰ ਜਿਹੜਾ ਅਸੀਂ ਚਿਤਵਦੇ ਹਾਂ, ਉਸ ਨੂੰ ਕਿਰਪਾਲੂ ਕਿਰਪਾ ਕਰਦਾ ਹੈ, ਪੂਰੀ ਕਰਦਾ ਹੈ। ਸਾਡੀ ਚਿਤਵਨੀ ਨੂੰ, ਸਾਡੀ ਚਾਹਤ ਨੂੰ ਆਪ ਮਾਲਕ ਪੂਰਾ ਕਰਦਾ ਹੈ। ਉਸ ਦੀ ਦਇਆ ਦੇ ਨਾਲ ਹੀ ਪੂਰੀ ਹੁੰਦੀ ਹੈ। ਦੀਨ ਦਿਆਲਾ ਪਾਰ ਬ੍ਰਹਮ, ਉਹ ਪਾਰ ਬ੍ਰਹਮ ਹੈ, ਉਹ ਦਿਆਲੂ ਹੈ, ਦੀਨਾਂ ਦਾ ਦਿਆਲੂ ਹੈ। ਉਹ ਗਰੀਬਾਂ ਤੇ ਦਇਆ ਕਰਨ ਵਾਲਾ ਹੈ, ਗਰੀਬ ਨਿਵਾਜ ਹੈ। ਜਾ ਕੇ ਸਿਮਰਨ ਸੁਖ ਪਏ, ਜਿਹਦੇ ਸਿਮਰਨ ਦੇ ਨਾਲ ਫਿਰ ਸੁਖ ਪ੍ਰਾਪਤ ਹੋਏ, ਉਹਦੀ ਦਇਆ ਦੇ ਨਾਲ ਹੀ ਸਾਰਾ ਫਿਰ ਹੁੰਦਾ ਹੈ। ਕਿਉਂਕਿ ਉਹ ਜੋ ਉਸ ਨੂੰ ਲੋੜਦਾ ਹੈ, ਜੋ ਉਸ ਨੂੰ ਚਾਹੁੰਦਾ ਹੈ, ਜੋ ਜਿਸ ਦੇ ਮਨ ਵਿੱਚ ਉਸ ਨੂੰ ਮਿਲਣ ਦੀ ਤਾਂਘ ਹੈ, ਉਹਨਾਂ 'ਤੇ ਫਿਰ ਦਇਆ ਕਰਦਾ ਹੈ। ਪਰ ਮਿਲਦਾ ਕਿਵੇਂ ਹੈ? ਗਰੀਬੀ ਦਾਵੇ, ਹੰਕਾਰ ਦੇ ਨਾਲ ਨਹੀਂ ਮਿਲਦਾ। ਨਿਮਾਣਾ ਹੋ ਕੇ, ਨਿਤਾਣਾ ਹੋ ਕੇ ਹੀ ਪ੍ਰਭੂ ਨੂੰ ਮਿਲਿਆ ਜਾਂਦਾ ਹੈ। ਅਕਾਲ ਪੁਰਖ ਅਗਾਧ ਬੁੱਧ, ਜੋ ਅਕਾਲ ਪੁਰਖ ਹੈ ਉਹ ਅਗਾਧ ਬੁੱਧ ਹੈ। ਉਸ ਨੂੰ ਕਿਤੇ ਆਪਣੀ ਮਤ ਦੁਆਰਾ ਨਹੀਂ ਪਾਇਆ ਜਾ ਸਕਦਾ, ਕਿਉਂਕਿ ਸਾਡੇ ਆਪਣੀ ਸਮਝ ਤੋਂ ਪਰੇ ਹੈ। ਸੁਣਤ ਜਸੋ ਕੋਟ ਅਗ ਖਏ, ਪਰ ਉਹਦਾ ਜਸ ਜਦੋਂ ਉਹਦੇ ਜਨਾਂ ਦੁਆਰਾ ਸੁਣਦੇ ਹਾਂ, ਉਹ ਗੁਰ ਦਾ ਗਿਆਨ ਆਪ ਆਪਣੇ ਜਨਾਂ ਦੁਆਰਾ ਸਾਨੂੰ ਦਿੰਦਾ ਹੈ। ਤੇ ਫਿਰ ਕੀ ਹੈ ਕਿ ਕਰੋੜਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਹਰੀ ਦਾ ਨਾਮ, ਸਾਡਾ ਮਨ ਜਿਹੜਾ ਆਕਾਰ ਤੋਂ ਪ੍ਰਕਾਸ਼ ਹੋ ਜਾਂਦਾ ਹੈ। ਕਿਉਂ ਹੋ ਜਾਂਦਾ? ਕਿ ਮਨ ਦੇ ਕੀਤੇ ਪਾਪ ਪਿਛਲੇ ਖਤਮ ਹੋ ਜਾਂਦੇ ਨੇ। ਇਸ ਕਰਕੇ ਮੈਲ ਉਤਰ ਜਾਂਦੀ ਹੈ ਤੇ ਮਨ ਪ੍ਰਕਾਸ਼ ਹੋ ਜਾਂਦਾ ਹੈ। ਕਰੋੜਾਂ ਪਾਪਾਂ ਦਾ ਨਾਸ ਕਰ ਦਿੰਦਾ ਹੈ ਹਰੀ ਦਾ ਨਾਮ, ਕਿਉਂਕਿ ਨਾਮ ਕੋਈ ਛੋਟੀ ਚੀਜ਼ ਨਹੀਂ ਹੈ। ਹਰ ਕਾ ਨਾਮ ਕੋਟ ਪਾਪ ਪਰ ਹਰੈ, ਕਰੋੜਾਂ ਪਾਪਾਂ ਦਾ ਨਾਸ ਕਰ ਦਿੰਦਾ ਹੈ। ਇੱਥੇ ਵੀ ਸੁਣਤ ਜਸੋ ਕੋਟ ਅਗ ਖਏ, ਵੀ ਉਹਦਾ ਜਸ ਸੁਣਨ ਦੇ ਨਾਲ ਕਰੋੜਾਂ ਪਾਪ ਖਤਮ ਹੋ ਗਏ, ਨਾਸ ਹੋ ਗਏ। ਕਿਵੇਂ ਕਰ ਦਿੰਦਾ ਹੈ? ਸਾਨੂੰ ਉਦਾਹਰਨ ਦਿੰਦੇ ਨੇ ਕਿੰਨੇ ਕੁ ਪਾਪ ਸਾਡੇ ਖਤਮ ਕਰ ਦਿੰਦਾ ਹੈ। ਆਪਾਂ ਪੜ੍ਹਦੇ ਹਾਂ ਬਾਣੀ ਦੇ ਵਿੱਚ, ਘੋਰ ਦੁਖੰ ਅਨੇਕ ਹਤੰਗ ਜਨਮ ਦਰਿੰਦੰਗ ਮਹਾ ਬਿਖਾਦੰਗ। ਕਿੰਨਾ ਦਰਿੰਦਿਆਂ ਦੀ ਤਰ੍ਹਾਂ ਜਨਮ, ਕਰੋੜਾਂ ਪਾਪ ਕੀਤੇ ਹੋਣ, ਸਾਡਾ ਦਰਿੰਦਿਆਂ ਦੀ ਤਰ੍ਹਾਂ ਜਨਮ ਹੋਵੇ, ਜੀਵਨ ਹੋਵੇ। ਮਿਟੰਤ ਸਗਲ ਸਿਮਰੰਤ ਹਰ ਨਾਮ, ਸਾਰਾ ਮਿਟ ਜਾਂਦਾ ਹੈ। ਕਾਹਦੇ ਨਾਲ? ਪ੍ਰਭੂ ਦੇ ਨਾਮ ਦੇ ਸਿਮਰਨ ਦੇ ਨਾਲ। ਨਾਨਕ ਜੈਸੇ ਪਾਵਕ ਕਾਸ਼ਟ ਭਸਮ ਕਰੋਤ, ਵੀ ਜਿਸ ਤਰ੍ਹਾਂ
ਅੱਗ ਜਿਹੜੀ ਹੈ ਲੱਕੜ ਨੂੰ ਭਸਮ ਕਰ ਦਿੰਦੀ ਹੈ, ਐਦਾਂ ਪ੍ਰਭੂ ਦਾ ਨਾਮ ਸਾਡੇ ਪਾਪਾਂ ਦਾ ਨਾਸ਼ ਕਰ ਦਿੰਦਾ ਹੈ, ਕਰੋੜਾਂ ਪਾਪਾਂ ਦਾ ਨਾਸ਼ ਕਰ ਦਿੰਦਾ ਹੈ। ਕਿਰਪਾ ਨਿਧ ਪ੍ਰਭ ਮਇਆ ਧਾਰ, ਨਾਨਕ ਹਰ ਹਰ ਨਾਮ ਲਏ। ਉਹ ਫਿਰ ਕਿਰਪਾ ਕਰਦਾ ਹੈ, ਜਦੋਂ ਕਿਰਪਾ ਨੇ ਦਿਆਲੂ ਹੈ, ਪ੍ਰਭੂ ਮਇਆ ਕਰਦਾ ਹੈ, ਦਇਆ ਕਰਦਾ ਹੈ, ਫਿਰ ਉਸ ਦੇ ਨਾਮ ਨੂੰ ਜੀਵ ਲੈਂਦਾ ਹੈ, ਨਾਮ ਨੂੰ ਗਿਆਨ ਦਿੰਦਾ ਹੈ, ਨਾਮ ਨੂੰ ਪ੍ਰਾਪਤ ਕਰਦਾ ਹੈ ਜਦੋਂ ਉਹ ਦਇਆ ਕਰਦਾ ਹੈ। ਪਰ ਉਹ ਸਾਰਾ ਉਸ ਪ੍ਰਭੂ ਦੀ ਕਰੁਣਾ ਦੇ ਉੱਤੇ ਨਿਰਭਰ ਕਰਦਾ, ਉਸ ਦੀ ਮਇਆ 'ਤੇ ਨਿਰਭਰ ਕਰਦਾ ਹੈ। ਉਹ ਆਪ ਕਰਨ ਵਾਲਾ ਹੈ, ਪਰ ਉਹਨਾਂ ਦਾ ਜਿਹੜੇ ਉਸ ਨੂੰ ਚਿਤਵਦੇ ਨੇ, ਜਿਨ੍ਹਾਂ ਦੇ ਅੰਦਰ ਉਸ ਨੂੰ ਮਿਲਣ ਦੀ ਇੱਛਾ ਹੈ, ਜਿਨ੍ਹਾਂ ਦੇ ਅੰਦਰ ਉਸ ਨੂੰ ਮਿਲਣ ਦੀ ਤਾਂਘ ਹੈ, ਉਹਨਾਂ ਨੂੰ ਫਿਰ ਆਪ ਬਖਸ਼ਿਸ਼ ਕਰਦਾ ਹੈ, ਕਿਉਂਕਿ ਦਿਆਲੂ ਹੈ, ਕਿਰਪਾਲੂ ਹੈ, ਦੀਨਾ ਬੰਧੂ ਹੈ, ਗਰੀਬ ਨਿਵਾਸ ਹੈ। ਅਗਲਾ ਸ਼ਬਦ ਹੈ ਗੌੜੀ ਪੂਰਬੀ ਮਹੱਲਾ ਪੰਜਵਾਂ। ਗੌੜੀ ਪੂਰਬੀ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ ਹੈ। ਮੇਰੇ ਮਰਨ ਸਰਨ ਪ੍ਰਭੂ ਸੁਖ ਪਾਏ। ਮਨ, ਹਰ ਇੱਕ ਨੇ ਆਪਣੇ ਮਨ ਨੂੰ, ਆਪਾਂ ਜੋ ਕਰਦੇ ਹਾਂ, ਜੋ ਬਾਣੀ ਪੜ੍ਹਦੇ ਹਾਂ, ਕਿਸ ਵਾਸਤੇ, ਜੋ ਗਿਆਨ ਲੈਂਦੇ ਮਨ ਵਾਸਤੇ, ਇਹ ਸਾਡੇ ਸਾਰਿਆਂ ਦੇ ਮਨ ਦੇ ਵਾਸਤੇ ਹੈ। ਮਨ ਕਰਕੇ ਆਪਾਂ ਸਾਰੇ ਇੱਕ ਹਾਂ, ਮਨ ਕਰਕੇ ਅਸੀਂ ਇੱਕ ਪਰਮੇਸ਼ਰ ਦੇ ਬੱਚੇ ਹਾਂ, ਮਨ ਕਰਕੇ ਆਪਾਂ ਸਾਰੇ ਭਰਾ ਹਾਂ। ਇੱਕ ਸਾਡਾ ਮਾਤਾ ਹੈ, ਇੱਕ ਸਾਡਾ ਪਿਤਾ ਹੈ, ਇੱਕ ਸਾਡਾ ਸਾਰਿਆਂ ਦਾ ਘਰ ਹੈ, ਜਿਸ ਨੂੰ ਆਪਾਂ ਸੱਚਾ ਘਰ ਕਹਿ ਦਿੰਦੇ, ਸੱਚਖੰਡ ਕਹਿ ਦਿੰਦੇ ਹਾਂ। ਇੱਕ ਸਾਡਾ ਸਾਰਿਆਂ ਦਾ ਭੋਜਨ ਹੈ, ਨਾਮ। ਇੱਕ ਸਾਡਾ ਸਾਰਿਆਂ ਦਾ ਇਸ਼ਨਾਨ ਹੈ, ਨਾਮ। ਇੱਕ ਸਾਡਾ ਸਾਰਿਆਂ ਦਾ ਵਣਜ ਹੈ। ਸਾਡਾ ਸਾਰਾ ਕੁਛ ਇੱਕ ਹੈ, ਕਿਉਂਕਿ ਆਪਾਂ ਇੱਕ ਪਿਤਾ ਦੇ ਬੱਚੇ ਹਾਂ, ਇੱਕ ਮਾਤਾ ਦੇ ਬੱਚੇ ਹਾਂ। ਇੱਕ ਸਾਨੂੰ ਪਾਲਣਹਾਰ ਹੈ, ਇੱਕ ਪੈਦਾ ਕਰਨ ਵਾਲਾ ਹੈ। ਇਸ ਕਰਕੇ ਆਪਾਂ ਸਾਰੇ ਮਨ ਕਰਕੇ ਬਾਣੀ ਪੜ੍ਹਨੀ ਹੈ। ਜਿਸ ਦਿਨ ਆਪਾਂ ਨੂੰ ਪਤਾ ਚੱਲ ਗਿਆ ਕਿ ਅਸੀਂ ਤਨ ਨਹੀਂ ਹਾਂ, ਤਨ ਇੱਕ ਕੱਪੜਾ ਹੈ ਬਾਹਰੀ, ਜਿਸ ਨੂੰ ਇੱਕ ਪਰਮੇਸ਼ਰ ਨੇ ਇੱਥੇ ਸਾਨੂੰ ਇਹ ਤਖਤ ਰਚਾਇਆ ਹੈ, ਸਾਡਾ ਨਿਵੇੜਾ ਕਰਨ ਵਾਸਤੇ, ਸਾਨੂੰ ਪਰਖਣ ਦੇ ਵਾਸਤੇ। ਖਾਣੀਆਂ ਬਾਣੀਆਂ ਤਿਆਰ ਕੀਤੀਆਂ ਨੇ ਤੇ ਦੋ ਤਰ੍ਹਾਂ ਦੇ ਕੱਪੜੇ ਤਿਆਰ ਕੀਤੇ ਨੇ। ਨਾਰੀ ਪੁਰਖ ਸਿਰਜੀਆਂ, ਬਿਖ ਮਾਇਆ ਮੋਹ ਪਿਆਰੋ, ਖਾਣੀ ਬਾਣੀ ਤੇਰੀਆਂ ਜੇ ਦੇ ਜੀ ਆਧਾਰੋ, ਕੁਦਰਤ ਤਖਤ ਰਚਾਇਆ ਸੱਚ ਨਿਵੇੜਨ ਹਾਰੋ। ਆ ਮਾਲਕ ਨੇ ਇੱਕ ਖੇਲ ਰਚਿਆ ਹੋਇਆ, ਇੱਕ ਤਖਤ ਰਚਾਇਆ ਹੈ, ਲੇਕਿਨ ਆਪਾਂ ਮਨ ਕਰਕੇ ਸਾਰੇ 84 ਲੱਖ ਜੂਨ ਦੇ ਵਿੱਚ ਉਹੀ ਜੋਤ ਹੈ ਸਾਰਿਆਂ ਦੇ ਵਿੱਚ। ਇਸ ਕਰਕੇ ਸਮਝਾਉਂਦੇ ਨੇ, ਮੇਰੇ ਮਨ ਸਰਨ ਪ੍ਰਭੂ ਸੁਖ ਪਾਏ। ਵੀ ਇਹ ਮੇਰੇ ਮਨ, ਪ੍ਰਭੂ ਦੀ ਸ਼ਰਨ ਦੇ ਵਿੱਚ ਸੁਖ ਪ੍ਰਾਪਤ ਹੁੰਦਾ ਹੈ। ਜਾ ਦਿਨ ਬਿਸਰੈ ਪ੍ਰਾਣ ਸੁਖ ਦਾਤਾ, ਸੋ ਦਿਨ ਜਾਤ ਅਜਾਏ। ਜਿਸ ਦਿਨ ਉਹ ਪ੍ਰਭੂ ਜਿਹੜਾ ਸਾਨੂੰ ਪ੍ਰਾਣ ਦੇ ਕੇ ਜਿੰਦਾ ਰੱਖਦਾ ਹੈ, ਜਿਸ ਪ੍ਰਾਣਾਂ ਦਾ ਆਧਾਰ ਹੈ, ਸੁੱਖਾਂ ਦਾ ਦਾਤਾ ਹੈ, ਲੋਕ 'ਚ ਵੀ ਸੁੱਖ ਦਿੰਦਾ ਤੇ ਪਰਲੋਕ 'ਚ ਵੀ ਸੁੱਖ ਦੇਣ ਵਾਲਾ ਹੈ। ਜਿਸ ਦਿਨ ਉਹ ਵਿਸਰ ਜਾਂਦਾ ਹੈ, ਉਹ ਦਿਨ ਸਾਡਾ ਵਿਅਰਥ ਚਲੇ ਜਾਂਦਾ ਹੈ। ਉਸ ਦਿਨ ਨਾ ਅਸੀਂ ਕੁਛ ਸਲਾਹ ਕਰ ਸਕਦੇ ਹਾਂ, ਨਾ ਅਸੀਂ ਸੁੱਖ ਮੰਨ ਸਕਦੇ ਹਾਂ। ਇਹ ਰਹੋ ਭਗਤੀਆਂ ਨੇ ਸ਼ਬਦ ਦੀਆਂ। ਏਕ ਰੈਨ ਕੇ ਪਹੁਨ ਤੁਮ ਆਏ, ਬਹੁ ਜੁਗ ਆਸ ਵਧਾਏ। ਹੁਣ ਮਨ ਹੈ ਜਿਹੜਾ, ਇਸ ਸੰਸਾਰ ਨੂੰ ਇੱਕ ਰੈਣ ਦੀ ਤਰ੍ਹਾਂ ਕਿਹਾ ਹੈ, ਰਾਤ ਦੀ ਤਰ੍ਹਾਂ ਕਿਹਾ ਹੈ। ਵੀ ਅਸੀਂ ਇੱਕ ਰਾਤ ਨੂੰ, ਜਿਵੇਂ ਇੱਕ ਪ੍ਰਾਹੁਣਾ ਆਵੇ, ਰਿਸ਼ਤੇਦਾਰੀ ਦੇ ਵਿੱਚ, ਘਰ ਵਿੱਚ ਕੋਈ ਪ੍ਰਾਹੁਣਾ ਆ ਜਾਂਦਾ ਹੈ,
ਵੀ ਇੱਕ ਰਾਤ ਰਹਿਣਾ ਹੈ, ਦੂਜੇ ਦਿਨ ਚਲੇ ਜਾਣਾ, ਤੇ ਆ ਕੇ ਬਹੁਤੀਆਂ ਆਸਾਂ ਵਧਾਉਂਦਾ ਹੈ, ਵਿਅਰਥ ਨੇ। ਇੱਦਾਂ ਹੀ ਮਨ ਸਾਡਾ ਇੱਥੇ ਇੱਕ ਪ੍ਰਾਹੁਣੇ ਦੇ ਰੂਪ ਦੇ ਵਿੱਚ ਆਇਆ ਸੰਸਾਰ ਦੇ ਵਿੱਚ, ਲੇਕਿਨ ਬਹੁਤ ਜ਼ਿਆਦਾ ਆਸਾਂ ਵਧਾ ਲੈਂਦਾ ਹੈ। ਏਕ ਰੈਣ ਕੇ ਪਾਹੁਨ ਤੁਮ ਆਏ, ਬਹੁ ਜੁਗ ਆਸ ਵਧਾਏ। ਤੇ ਆਸਾਂ ਵਧਾ ਲਈਆਂ ਯੁੱਗਾਂ ਦੀਆਂ, ਇਸੇ ਕਰਕੇ ਬਾਰ-ਬਾਰ ਜੰਮਦੇ ਮਰਦੇ ਆ ਰਹੇ। ਚੌਥਾ ਯੁੱਗ ਆ ਗਿਆ ਹੈ, ਕਲਯੁੱਗ ਆ ਗਿਆ ਹੈ। ਗ੍ਰਹਿ ਮੰਦਰ ਸੰਪੈ ਜੋ ਦੀਸੈ, ਜਿਉਂ ਤਰਵਰ ਕੀ ਛਾਏ। ਘਰ ਹੈ, ਮਹਿਲ ਹੈ, ਧਨ ਦੌਲਤ ਜੋ ਵੀ ਦਿਸਦੀ ਹੈ, ਇਹ ਇੱਕ ਦਰੱਖਤ ਦੀ ਛਾਂ ਦੀ ਨਿਆਈ ਹੈ। ਜਿਵੇਂ ਦਰੱਖਤ ਦੀ ਛਾਂ ਕਦੇ ਸਥਿਰ ਨਹੀਂ ਰਹਿੰਦੀ, ਸਵੇਰੇ ਦੂਜੇ ਪਾਸੇ ਹੁੰਦੀ ਹੈ ਜਦੋਂ ਸੂਰਜ ਚੜ੍ਹਦਾ ਹੈ, ਤੇ ਦਰੱਖਤ ਦੀ ਛਾਂ ਛਿਪ ਦੇ ਪਾਸੇ ਹੁੰਦੀ ਹੈ। ਜਦੋਂ ਸੂਰਜ ਉੱਤੇ ਆ ਜਾਂਦਾ ਹੈ, ਛਾਂ ਥੱਲੇ ਆ ਜਾਂਦੀ ਹੈ, ਤੇ ਜਦੋਂ ਸੂਰਜ ਪੱਛਮ ਦੀ ਤਰ੍ਹਾਂ ਚਲੇ ਜਾਂਦਾ ਤੇ ਛਾਂ ਪੂਰਬ ਆ ਜਾਂਦੀ ਹੈ, ਤੇ ਰਾਤ ਨੂੰ ਖਤਮ ਹੋ ਜਾਂਦੀ ਹੈ। ਇੱਦਾਂ ਹੀ ਇਹ ਸੰਸਾਰ ਜਿਹੜਾ ਹੈ ਇੱਕ ਛਾਂ ਦੀ ਨਿਆਈ ਹੈ, ਦਰੱਖਤ ਦੀ ਛਾਂ ਦੀ, ਥਿਰ ਨਹੀਂ ਰਹਿਣਾ ਹੈ। ਇਸ ਕਰਕੇ ਆਪਾਂ ਇੱਥੇ ਇੱਕ ਰਹਿਣ ਦੇ ਪ੍ਰਾਹੁਣੇ ਆਏ ਹਾਂ। ਤਨ ਮੇਰਾ ਸੰਪੈ ਸਭ ਮੇਰੀ, ਬਾਗ ਮਿਲਖ ਸਭ ਜਾਏ। ਤੇ ਆਪਾਂ ਸਮਝਦੇ ਹਾਂ ਵੀ ਆਹ ਮੇਰਾ ਤਨ ਹੈ, ਆਹ ਮੇਰੀ ਸੰਪਤੀ ਹੈ, ਧਨ ਦੌਲਤ ਹੈ, ਆਹ ਮੇਰਾ ਜ਼ਮੀਨ ਜਾਇਦਾਦ ਹੈ, ਇਹ ਮੇਰੇ ਬਾਗ ਨੇ, ਇਹ ਮੇਰੀ ਮਿਲਕ ਹੈ। ਇਸ ਨੂੰ ਤਾਂ ਆਪਾਂ ਜਾਣ ਲਿਆ ਸਾਰਾ ਹੀ ਵੀ ਆਹ ਸਾਰਾ ਕੁਛ ਮੇਰਾ ਹੈ। ਮਨ ਨੇ ਦੇਵਨ ਹਾਰਾ ਬਿਸਰਿਓ ਠਾਕੁਰ, ਪਰ ਜਿਸ ਨੇ ਸਾਰਾ ਕੁਛ ਦਿੱਤਾ ਸੀ ਉਹਨੂੰ ਵਿਸਾਰ ਦਿੱਤਾ ਹੈ। ਖਿਨ ਮੈਂ ਹੋਤ ਪਰਾਏ, ਤੇ ਜਿਸ ਨੂੰ ਆਪਣਾ ਸਮਝੀ ਬੈਠੇ ਉਸਨੇ ਇੱਕ ਖਿਨ 'ਚ ਫਿਰ ਪਰਾਇਆ ਹੋ ਜਾਣਾ ਹੈ। ਜਿਹੜਾ ਆਪਣਾ ਹੈ ਉਸ ਨੂੰ ਅਸੀਂ ਵਿਸਾਰ ਦਿੱਤਾ ਹੈ। ਜੋ ਛੱਡਣਾ ਸੋ ਅਸਥਿਰ ਕਰ ਮਾਨਾ ਹੈ, ਜੋ ਹੋਵਨ ਸੋ ਦੂਰ ਪਰਾਨਾ ਹੈ। ਛੋੜ ਜਾਏ ਤਿਸ ਕਾ ਸ਼ਰਮ ਕਰੇ, ਸੰਗ ਸਹਾਈ ਤਿਸ ਪਰ ਹਰੈ। ਚੰਦਨ ਲੇਪ ਉਤਾਰੈ ਧੋਏ, ਗਰ ਤਬ ਪ੍ਰੀਤ ਭਸਮ ਸੰਗ ਹੋਏ। ਮਹਾਰਾਜ ਕਹਿੰਦੇ ਹਾਲਤ ਹੋ ਗਈ ਸਾਡੀ, ਜੋ ਸਾਡਾ ਸਾਈ ਹੈ ਉਸ ਨੂੰ ਅਸੀਂ ਛੱਡ ਦਿੰਦੇ, ਜੋ ਛੱਡਣਾ ਉਸ ਦੇ ਨਾਲ ਲਿਪਟਦਾ ਹੈ ਮਨ। ਜਿਵੇਂ ਗਧਾ ਹੈ, ਗਧੇ ਨੂੰ ਚੰਦਨ ਦਾ ਲੇਪ ਲਾ ਦੇਈਏ ਤੇ ਉਸਨੂੰ ਚੰਦਨ ਦਾ ਲੇਪ ਨਹੀਂ ਪਾਉਂਦਾ, ਮਿੱਟੀ ਸੁਆਹ 'ਚ ਲਿਟਦਾ ਹੈ ਤੇ ਚੰਦਨ ਦਾ ਲੇਪ ਉਤਾਰ ਦਿੰਦਾ ਤੇ ਸੁਆਹ ਲਾ ਲੈਂਦਾ ਹੈ। ਇੱਦਾਂ ਹੀ ਜਿਹੜੇ ਮਨ ਭੁੱਲੇ ਨੇ ਨਾਮ ਨੂੰ, ਇਸ ਸੰਸਾਰ ਨਾਲ ਜੁੜੇ ਨੇ, ਉਹਨਾਂ ਦੀ ਹਾਲਤ ਇਹ ਗਧੇ ਦੀ ਨਿਆਈ ਹੈ। ਪਰ ਜਿਨ੍ਹਾਂ ਨੇ ਨਾਮ ਦੇ ਵਿੱਚ, ਨਾਮ ਨੂੰ ਧਿਆਉਂਦੇ ਨੇ, ਨਾਮ ਦੇ ਵਿੱਚ ਸਮਾਏ ਰਹਿੰਦੇ ਨੇ, ਉਹਨਾਂ ਦੇ ਵਾਸਤੇ ਜੋ ਵੀ ਹੈ ਸੰਸਾਰ ਦਾ, ਸਰੀਰ ਵੀ, ਧਨ ਦੌਲਤ, ਘਰ ਮਹਿਲ, ਸਾਰਾ ਕੁਛ ਪ੍ਰਵਾਨ ਹੈ। ਕਿਉਂਕਿ ਜਿਨ੍ਹਾਂ ਨੇ ਉਸ ਨੂੰ ਜਾਣ ਲਿਆ ਜਿਸ ਨੇ ਇਹ ਸਾਰਾ ਕੁਛ ਸਾਨੂੰ ਦਿੱਤਾ ਹੈ। ਜਿਹੜੇ ਉਸ ਤੋਂ ਵਿਛੜੇ ਨੇ ਉਹਨਾਂ ਦੇ ਵਾਸਤੇ ਫਿਰ ਇੱਦਾਂ ਦੀ ਨਿਆਈ ਹੈ। ਜਿਨ੍ਹਾਂ ਜਾਣ ਲਿਆ ਉਹਨਾਂ ਵਾਸਤੇ ਨਹੀਂ, ਉਹਨਾਂ ਦਾ ਸਾਰਾ ਕੁਛ ਪ੍ਰਵਾਨ ਹੈ। ਉਹਨਾਂ ਦਾ ਖਾਧਾ ਵੀ ਪ੍ਰਵਾਨ, ਉਹਨਾਂ ਦਾ ਪਹਿਨਿਆ ਵੀ ਪ੍ਰਵਾਨ, ਉਹਨਾਂ ਦਾ ਸਵਾਰੀਆਂ 'ਤੇ ਚੜ੍ਹੇ ਵੀ ਪ੍ਰਵਾਨ, ਮਹਿਲ ਮਾੜੀਆਂ, ਹਰ ਇੱਕ ਚੀਜ਼ ਉਹਨਾਂ ਦੀ ਪ੍ਰਵਾਨ ਹੈ। ਜਿਹੜੇ ਉਸ ਪ੍ਰਭੂ ਨੂੰ ਜਾਣ ਲੈਂਦੇ ਨੇ, ਜਿਹੜੇ ਉਸ ਤੋਂ ਵਿਛੜੇ ਨੇ ਉਹਨਾਂ ਦੇ ਵਾਸਤੇ ਸਾਰਾ ਕੁਛ ਤ੍ਰਿਕਾਰ ਹੈ। ਜੇ ਆਪਾਂ ਉਸ ਪ੍ਰਭੂ ਨੂੰ ਨਾ ਪਾਇਆ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪਰ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਓ, ਜਿਤ ਹੁਣ ਖਸਮ ਨਾ ਪਾਇਆ। ਪੌੜੀ ਛੁੜਕੀ ਹਾਥ ਨਾ ਆਵੈ, ਅਹਿਲਾ ਜਨਮ ਗਵਾਇਆ। ਜੇ ਉਸ ਤੋਂ ਵਿਛੜੇ ਫਿਰ ਸਾਰਾ ਕੁਝ ਸਾਡੇ ਵਾਸਤੇ ਤ੍ਰਿਕਾਰ ਹੈ। ਜੇ ਜਾਣ ਲਿਆ
ਫਿਰ ਸਾਰਾ ਕੁਛ ਪ੍ਰਵਾਨ ਹੈ, ਕਿਉਂਕਿ ਫਿਰ ਉਸੇ ਦਾ ਦਿੱਤਾ ਹੋਇਆ ਹੈ। ਕੀ ਹੈ ਕਿ ਅਸੀਂ ਪ੍ਰਭੂ ਨੂੰ ਵਿਸਾਰ ਦਿੱਤਾ, ਦਾਤ ਪਿਆਰੀ ਵਿਸਰਿਆ ਦਾਤਾਰਾ। ਇਸ ਕਰਕੇ ਸਮਝਾਉਂਦੇ ਨੇ, ਕਹਿੰਦੇ ਫਿਰ ਸਾਰਾ ਕੁਛ ਹੀ ਪਰਾਇਆ ਹੋ ਜਾਣਾ, ਇੱਕ ਛਿਣ ਦੇ ਵਿਛੜ ਜਾਣਾ ਹੈ। ਜਿਸ ਨੇ ਆਪਣਾ ਸੀ ਉਸ ਨੂੰ ਜਾਣਿਆ ਨਹੀਂ ਹੈ। ਪਹਿਰੇ ਬਾਗਾ ਕਰ ਇਸ਼ਨਾਨਾ ਚੋਆ ਚੰਦਨ ਲਾਏ। ਕੀ ਕਰਦਾ ਹੈ? ਕਹਿੰਦੇ ਚਿੱਟੇ ਕੱਪੜੇ ਪਾ ਲਏ, ਸਰੀਰ ਨੂੰ ਧੋ ਲਿਆ, ਚਿੱਟੇ ਕੱਪੜੇ ਪਾ ਲਏ, ਖੁਸ਼ਬੂਆਂ ਲਾ ਲਈਆਂ, ਤਨ ਨੂੰ ਸ਼ਿੰਗਾਰ ਲਿਆ। ਨਿਰਭਉ ਨਿਰੰਕਾਰ ਨਹੀਂ ਚੀਨਿਆ, ਜਿਉਂ ਹਸਤੀ ਨਾ ਬਾਹੇ। ਪਰ ਜੇ ਪ੍ਰਭੂ ਦਾ ਗਿਆਨ ਨਹੀਂ ਲਿਆ, ਨਿਰੰਕਾਰ ਦਾ, ਨਿਰਭਉ ਦਾ ਗਿਆਨ ਨਹੀਂ ਲਿਆ, ਉਸ ਨੂੰ ਜਾਣਿਆ ਨਹੀਂ, ਉਸ ਨੂੰ ਬੁਝਿਆ ਨਹੀਂ, ਫਿਰ ਇਹ ਸਰੀਰ ਦਾ ਨਲਾਉਣਾ ਇੱਦਾਂ ਹੈ ਜਿਵੇਂ ਹਾਥੀ ਨੂੰ ਨਲਾਉਂਦੇ ਹਾਂ ਤੇ ਫਿਰ ਲਿਬੜ ਜਾਂਦਾ ਹੈ। ਇੱਦਾਂ ਦਾ ਹਾਲਤ ਹੈ, ਕਿਉਂਕਿ ਸਰੀਰ ਧੋਣ ਦੇ ਨਾਲ, ਬਾਹਰੀ ਵਿਖਾਵੇ ਦੇ ਨਾਲ ਪ੍ਰਭੂ ਖੁਸ਼ ਨਹੀਂ ਹੁੰਦਾ, ਸਾਡਾ ਜੀਵਨ ਸਫਲ ਨਹੀਂ ਹੁੰਦਾ। ਅਸੀਂ ਸਮਾਂ ਤੇ ਜੀਵਨ ਨੂੰ ਜੂਏ 'ਚ ਹਾਰ ਜਾਂਦੇ ਹਾਂ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿਨੀ ਜਨਮ ਜੂਏ ਹਾਰਿਆ। ਵੀ ਉਹ ਤਾਂ ਜਨਮ ਨੂੰ ਜੂਏ 'ਚ ਹਾਰ ਜਾਂਦੇ ਨੇ। ਜੇ ਮਨ ਨਿਰਮਲ ਹੈ, ਫਿਰ ਬਾਹਰੋਂ ਵੀ ਅਸੀਂ ਨਿਰਮਲ ਹਾਂ। ਜੀਓ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ। ਇਹ ਕਮਾਣੀ ਕਿੱਥੋਂ ਕਰਨੀ ਪੈਂਦੀ? ਸਤਿਗੁਰ ਤੋਂ। ਕੂੜ ਕੀ ਸੋਏ ਪਹੁੰਚੈ ਨਾਹੀਂ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖਟਿਆ, ਭਲੇ ਸੇਵਨ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹੈ ਗੁਰ ਨਾਲੇ। ਇਸ ਕਰਕੇ ਸਮਝਾਉਂਦੇ ਨੇ ਵੀ ਫਿਰ ਇੱਕ ਹਾਥੀ ਦੇ ਨਲਾਉਣ ਦੀ ਤਰ੍ਹਾਂ ਹੈ। ਜੋ ਹੋਏ ਕਿਰਪਾਲ ਤਾਂ ਸਤਿਗੁਰ ਮੇਲੈ, ਸਭ ਸੁਖ ਹਰਿ ਕੈ ਨਾਏ। ਜਦੋਂ ਫਿਰ ਆਪ ਕਿਰਪਾ ਕਰਦਾ ਹੈ, ਖੁਸ਼ ਹੁੰਦਾ ਹੈ, ਦਇਆ ਕਰਦਾ ਹੈ, ਫਿਰ ਸਤਿਗੁਰ ਦਾ ਮਿਲਾਪ ਕਰਾਉਂਦਾ ਹੈ, ਫਿਰ ਸਾਰੇ ਸੁੱਖ ਪ੍ਰਾਪਤ ਹੁੰਦੇ। ਹਰੀ ਦੇ ਨਾਮ ਦੇ ਵਿੱਚ ਸੁੱਖ ਨੇ। ਜਦੋਂ ਆਪ ਦਇਆ ਕਰਦਾ ਹੈ, ਕਿਰਪਾ ਕਰਦਾ ਹੈ, ਫਿਰ ਸੱਚਾ ਗੁਰ ਸਾਨੂੰ ਦਿਵਾਉਂਦਾ ਹੈ, ਜਿਸ ਨਾਲ ਫਿਰ ਅਸੀਂ ਨਾਮ ਨੂੰ ਧਿਆਉਂਦੇ ਹਾਂ ਤੇ ਸੁੱਖ ਪ੍ਰਾਪਤ ਕਰਦੇ, ਕਿਉਂਕਿ ਸਾਰੇ ਸੁੱਖ ਨਾਮ ਦੇ ਵਿੱਚ ਨੇ। ਮੁਕਤ ਭਇਆ ਬੰਧਨ ਗੁਰ ਖੋਲੇ, ਜਨ ਨਾਨਕ ਹਰਿ ਗੁਣ ਗਾਏ। ਆਪ ਦਇਆ ਕਰਦਾ ਹੈ, ਮੁਕਤ ਹੋ ਜਾਂਦਾ ਹੈ, ਗੁਰਬੰਧਨ ਸਾਡੇ ਖੋਲ ਦਿੰਦਾ ਹੈ, ਫਿਰ ਜੀਵ ਜਾ ਕੇ ਹਰੀ ਦੇ ਗੁਣ ਗਾਉਂਦਾ ਹੈ। ਕਿਉਂਕਿ ਜਦ ਤੱਕ ਆਪ ਹੀ ਬੰਧਨ ਦੇ ਵਿੱਚ ਹੈ ਤੇ ਪ੍ਰਭੂ ਦੇ ਗੁਣ ਵੀ ਨਹੀਂ ਗਾ ਸਕਦਾ, ਉਸ ਦੀ ਸਿਫਤ ਸਲਾਹ ਵੀ ਨਹੀਂ ਕਰ ਸਕਦਾ। ਜਦੋਂ ਜਿਨ੍ਹਾਂ ਤੇ ਖੁਸ਼ ਹੁੰਦਾ, ਉਹਨਾਂ ਨੂੰ ਫਿਰ ਗੁਰਮੁਖ ਸਾਜਦਾ ਹੈ, ਉਹਨਾਂ ਨੂੰ ਹੁਕਮ ਮਨਾਉਂਦਾ ਹੈ, ਹੁਕਮ ਬੁਝਾ ਦਿੰਦਾ ਹੈ ਤੇ ਇਹ ਖੇਲ ਦਾ ਭੇਦ ਦਿੰਦਾ ਹੈ, ਜਿਹੜਾ ਸ਼ਿਵ ਤੇ ਸ਼ਕਤੀ ਦਾ ਖੇਲ ਚੱਲਦਾ ਹੈ। ਸ਼ਿਵ ਤੇ ਸ਼ਕਤੀ ਕੀ ਹੈ? ਸ਼ਕਤੀ ਹੁੰਦੀ ਇੱਕ ਪਾਵਰ। ਜਿਵੇਂ ਆਪਾਂ ਦੇਖਦੇ ਹਾਂ, ਅਜੋਕੇ ਸਮੇਂ ਦੀ ਉਦਾਹਰਨ ਲਈਏ ਕਿ ਆਪਣੇ ਕੋਲ ਇਲੈਕਟ੍ਰੀਸਿਟੀ ਦੀਆਂ ਮੋਟਰਾਂ ਨੇ, ਇਲੈਕਟ੍ਰੋਨਿਕ ਮੋਟਰਾਂ ਜਿਹੜੀਆਂ, ਜਿਵੇਂ ਆਪਾਂ ਜਿਨ੍ਹਾਂ ਦੁਆਰਾ ਆਪਾਂ ਘਰਾਂ ਦੇ ਵਿੱਚ ਪਾਣੀ, ਖੇਤਾਂ ਦੇ ਵਿੱਚ ਪਾਣੀ ਕੱਢਦੇ ਹਾਂ, ਜਾਂ ਕਿੰਨੀਆਂ ਫੈਕਟਰੀਆਂ ਦੇ ਵਿੱਚ ਵੱਡੀਆਂ ਵੱਡੀਆਂ ਮੋਟਰਾਂ ਹੁੰਦੀਆਂ ਨੇ। ਜਿਹੜੀ ਆਪਣੀ ਮੋਟਰ ਹੈ, ਉਸ ਨੂੰ ਆਪਾਂ ਇੱਕ ਸ਼ਕਤੀ ਕਹਿ ਸਕਦੇ ਹਾਂ, ਜੋ ਆਪਾਂ ਖੁਦ ਬਣਾਉਂਦੇ ਹਾਂ। 25 ਹਾਰਸ ਪਾਵਰ, 20 ਹਾਰਸ ਪਾਵਰ, 30 ਹਾਰਸ ਪਾਵਰ, 10 ਹਾਰਸ ਪਾਵਰ, ਇੱਕ ਸ਼ਕਤੀ ਹੈ। ਤੇ ਉਸ ਦੇ ਵਿੱਚ ਉਹ ਚੱਲਦੀ ਸ਼ਕਤੀ ਕਿਹਦੇ ਨਾਲ ਹੈ? ਲਾਈਟ ਦੇ ਨਾਲ, ਬਿਜਲੀ ਦੇ ਨਾਲ। ਜੇ ਬਿਜਲੀ ਨਹੀਂ ਤੇ ਉਹ ਸ਼ਕਤੀ ਵਿਅਰਥ ਹੈ। ਜੇ ਉਹ ਸ਼ਕਤੀ ਨਹੀਂ, ਬਿਜਲੀ ਵੀ ਆਪਣੇ ਆਪ ਨਹੀਂ ਚੱਲ ਸਕਦੀ। ਇੱਦਾਂ ਹੀ ਇੱਕ ਸਾਡਾ ਸਰੀਰ ਹੈ, ਇੱਕ ਇਸ ਦੇ ਵਿੱਚ ਜੋਤ ਹੈ। ਆਪਾਂ ਦੇਖਦੇ ਹਾਂ ਬਹੁਤ ਵੱਡੇ ਤਕੜੇ ਤਕੜੇ ਸਰੀਰ ਨੇ, ਕੁਆਂਟਲ ਕੁਆਂਟਲ, 1.5 ਕੁਆਂਟਲ ਦੇ, 2-2 ਕੁਆਂਟਲ ਦੇ ਲੋਕ ਨੇ, ਬੜੇ ਬੜੇ
ਰੈਸਲਿੰਗ ਵਾਲੇ ਬੜੇ ਬੜੇ ਬਾਕਸਰ ਆਪਾਂ ਦੇਖਦੇ ਹਾਂ, ਉਹ ਇੱਕ ਸ਼ਕਤੀ ਹੈ, ਪਰ ਉਹ ਸ਼ਕਤੀ ਉਦੋਂ ਕੰਮ ਕਰਦੀ ਜਿੰਨੀ ਦੇਰ ਉਸ ਦੇ ਵਿੱਚ ਜੋਤ ਹੈ ਮਾਲਿਕ ਦੀ। ਜਦੋਂ ਜੋਤ ਨਿਕਲ ਗਈ ਤੇ ਉਹ ਸ਼ਕਤੀ ਵਿਅਰਥ ਹੈ। ਇਸੇ ਤਰ੍ਹਾਂ ਇੱਕ ਖੇਡ ਰਚਿਆ ਹੈ ਮਾਲਿਕ ਨੇ, ਇੱਕ ਸ਼ਕਤੀ ਤਿਆਰ ਕੀਤੀ, ਇੱਕ ਸਰੀਰ ਤਿਆਰ ਕੀਤਾ ਹੈ ਤੇ ਇਸ ਦੇ ਵਿੱਚ ਜੋਤ ਰੱਖੀ ਹੈ। ਪਰ ਇਸ ਦੇ ਵਿੱਚ ਫਿਰ ਜਦੋਂ ਮਾਲਕ ਖੁਸ਼ ਹੁੰਦਾ ਕਿਸੇ ਨੂੰ ਬੁਝਾਉਂਦਾ ਹੈ। ਇਹਨੂੰ ਆਪਾਂ ਪੜ੍ਹਦੇ ਹਾਂ, ਸ਼ਿਵ ਸ਼ਕਤ ਆਪ ਉਪਾਇਕ ਹੈ, ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ। ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ, ਏਕ ਸਿਉ ਲਿਵ ਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਆਪ ਇੱਦਾਂ ਆਪਣਾ ਹੁਕਮ ਬੁਝਾਉਂਦਾ ਹੈ। ਇੱਥੇ ਮਹਾਰਾਜ ਉਹ ਸਮਝਾਉਂਦੇ ਨੇ, ਕਹਿੰਦੇ ਮੁਕਤ ਪਿਆ ਬੰਧਨ ਗੁਰ ਖੋਲੇ, ਜਨ ਨਾਨਕ ਹਰ ਗੁਣ ਗਾਏ। ਫਿਰ ਹਰੀ ਦੇ ਗੁਣ ਗਾਉਂਦਾ ਹੈ, ਉਹਦਾ ਜਨ ਹਰੀ ਦੇ ਗੁਣ ਗਾਉਂਦਾ ਹੈ। ਸੋ ਆਓ ਆਪਾਂ ਵੀ ਚਰਨ ਦੇ ਵਿੱਚ ਪ੍ਰਭੂ ਦੀ ਜਾ ਕੇ ਸੁੱਖ ਨੂੰ ਮਾਣਨ ਦੀ ਕੋਸ਼ਿਸ਼ ਕਰੀਏ ਕਿ ਕਿਵੇਂ ਸਾਡਾ ਮਨ ਸੁੱਖ ਪ੍ਰਾਪਤ ਕਰਦਾ ਹੈ, ਮਨ ਕਿਵੇਂ ਪ੍ਰਕਾਸ਼ ਰੂਪ ਹੁੰਦਾ ਹੈ, ਕਿਵੇਂ ਆਪਾਂ ਜਿਸ ਮਾਲਕ ਨੂੰ ਦੂਰ ਸਮਝਦੇ ਸੀ, ਕਿਵੇਂ ਆਪਾਂ ਉਸ ਨੂੰ ਨੇੜੇ ਦਾਨ ਸਕਦੇ ਹਾਂ, ਕਿਵੇਂ ਆਪਾਂ ਉਹਦੇ ਵਿੱਚ ਇੱਕ ਮਿਕ ਹੋ ਸਕਦੇ ਹਾਂ, ਇੱਕ ਰੂਪ ਹੋ ਸਕਦੇ ਹਾਂ, ਉਸੇ ਦਾ ਰੂਪ ਹੋ ਸਕਦੇ ਹਾਂ, ਪਰ ਕਿਵੇਂ ਧਿਆ ਕੇ। ਆਓ ਉਹ ਅਭਿਆਸ ਆਪਾਂ ਕਰੀਏ ਸਾਰੇ ਹੀ। ਦੋ ਨੇਤਰ ਨੇ ਜਿੱਥੇ ਸਾਡੀ ਜੋਤ ਰੱਖੀ ਹੈ, ਇਹ ਨੇਤਰੋ ਮੇਰੇ ਹਰ ਤੋਂ ਮੈਂ ਜੋਤ ਧਰੀ, ਹਰ ਬਿਨਾ ਵਰਨਾ ਦੇਖੋ ਕੋਈ। ਹੁਣ ਦੋ ਨੇਤਰ ਨੇ, ਦੋਨਾਂ ਨੇਤਰਾਂ ਨੂੰ ਜਿੱਥੋਂ ਸਵਾਸ ਆਉਂਦਾ ਇਸ ਪੁਆਇੰਟ ਤੇ ਆਪਾਂ ਸਮ ਕਰਨਾ ਹੈ। ਸਮ ਕਰਕੇ ਆਪਣੇ ਆਪ ਨੂੰ ਜਾਣਨਾ ਹੈ। ਜਦੋਂ ਆਪਾਂ ਦੋਨਾਂ ਨੇਤਰਾਂ ਦੀ ਦ੍ਰਿਸ਼ਟੀ ਨੂੰ ਇੱਥੇ ਫੋਕਸ ਕਰਾਂਗੇ ਤੇ ਇੱਥੇ ਆਪਾਂ ਦੇਖਣਾ ਫੋਕਸ ਕਰਕੇ ਕਿ ਸਾਨੂੰ ਨੱਕ ਦਿਸਦਾ ਜਾਂ ਨਹੀਂ ਦਿਸਦਾ। ਜੇ ਦਿਸਦਾ ਹੈ ਫਿਰ ਆਪਣਾ ਮਨ ਦੋ ਜੋਤ ਦੇ ਵਿੱਚ ਹੈ, ਜੇ ਨਹੀਂ ਦਿਸਦਾ ਇੱਕ ਜੋਤ, ਇੱਕ ਦ੍ਰਿਸ਼ਟ ਹਾਂ। ਫਿਰ ਇਹ ਦੇਖਣਾ ਹੈ ਜੇ ਦਿਸਦਾ ਹੈ ਕਿ ਸੱਜੇ ਖੱਬੇ ਕਿਸ ਪਾਸੇ ਦਿਸਦਾ, ਸੱਜੇ ਦਿਸਦਾ ਹੈ, ਖੱਬੇ ਦਿਸਦਾ ਜਾਂ ਵਿਚਾਲੇ ਦਿਸਦਾ ਹੈ, ਕਿਉਂਕਿ ਸੱਜੇ ਤਮੋ ਗੁਣ, ਖੱਬੇ ਰਜੋ ਗੁਣ ਤੇ ਵਿਚਾਲੇ ਸਤੋ ਗੁਣ ਹੈ। ਇਹਨਾਂ ਆਪਣੇ ਆਪ ਨੂੰ ਪਰਖਣਾ ਹੈ। ਉਸ ਤੋਂ ਬਾਅਦ ਫਿਰ ਆਵਾਜ਼ ਦੇਵਾਂਗੇ ਕਿ ਧਿਆਨ ਸਾਹਮਣੇ ਲੈ ਕੇ ਆਓ। ਪਹਿਲਾਂ ਇਸ ਪੁਆਇੰਟ ਤੇ ਫੋਕਸ ਕਰਕੇ ਦੇਖਣਾ ਆਪਣੇ ਆਪ ਨੂੰ, ਫਿਰ ਜਦੋਂ ਆਵਾਜ਼ ਦੇਵਾਂਗੇ ਕਿ ਧਿਆਨ ਸਾਹਮਣੇ ਲੈ ਕੇ ਆਓ, ਫਿਰ ਆਪਾਂ ਸਾਹਮਣੇ ਦੇਖਣਾ ਹੈ। ਫਿਰ ਆਵਾਜ਼ ਦੇਵਾਂਗੇ ਕਿ ਧਿਆਨ ਨੂੰ ਮਸਤਕ ਦੇ ਸਾਹਮਣੇ ਲੈ ਜਾਓ, ਫਿਰ ਆਪਾਂ ਪਲਕਾਂ ਉੱਤੇ ਚੁੱਕ ਦੇਣੀਆਂ ਨੇ। ਫਿਰ ਜਦੋਂ ਕਹਾਂਗੇ ਸਾਹਮਣੇ, ਫਿਰ ਸਾਹਮਣੇ, ਫਿਰ ਜਦੋਂ ਕਹਾਂਗੇ ਸਮ ਕਰਕੇ ਦੇਖੋ, ਫਿਰ ਦੁਬਾਰਾ ਫੋਕਸ ਕਰਕੇ ਇੱਥੇ ਦੇਖਣਾ ਆਪਣੇ ਆਪ ਨੂੰ। ਜੇ ਕੋਈ ਨਵਾਂ ਜੀਵ ਜੇ ਨੱਕ ਦਿਸਦਾ ਪਹਿਲਾਂ, ਉਸਨੇ ਫਿਰ ਆ ਕੇ ਦੇਖਣਾ ਹੈ। ਜੇ ਇੱਕ ਦ੍ਰਿਸ਼ਟ ਹੋ ਗਿਆ ਤੇ ਨੱਕ ਨਜ਼ਰ ਨਹੀਂ ਆਏਗਾ, ਤੇ ਦੂਜਿਆਂ ਨੇ ਆਪਣੇ ਪ੍ਰਕਾਸ਼ ਰੂਪ ਨੂੰ ਦੇਖਣਾ ਹੈ। ਆਓ ਸਾਰੇ ਨੇਤਰ ਸਮ ਕਰੀਏ।
ਸਾਹਮਣੇ ਲੈ ਕੇ ਆਓ ਧਿਆਨ। ਮਸਤਕ ਦੇ ਸਾਹਮਣੇ ਲੈ ਜਾਓ, ਪਲਕ ਉੱਤੇ ਚੁੱਕ ਦਿਓ। फिर सामने फिर सम करके देखो अपने आप ਨੂੰ। देखना है जे कोई नवा जीव जे पहला दिसदा सी नक, उसने चेक करना है कि दिसनों हट गया, क्योंकि एक दृष्ट होना बहुत जरूरी है। एक दृष्ट होके फिर ਆਪਾਂ ਧਿਆਨ ਲਗਾ ਸਕਦੇ ਹਾਂ, ਆਪਣੇ ਆਪ ਨੂੰ ਪਹਿਚਾਨ ਸਕਦੇ ਹਾਂ, ਮਾਲਕ ਨੂੰ, ਪਰਮੇਸ਼ਰ ਨੂੰ ਪਹਿਚਾਨ ਸਕਦੇ ਹਾਂ। नीचे ले जो ध्यान हम बिल्कुल रिलैक्स, नीचे जिथे भी आप बैठे हाँ, जो थले विछया है चादर फर्श जो भी है, उस तो थोड़ा ऊपर 4-5 ਉਂਗਲ उत्ते देखने की कोशिश करनी है। ਇੱਥੇ ਸਾਨੂੰ ਇੱਕ ਪ੍ਰਕਾਸ਼ ਦੀ ਹਲਚਲ ਅਨੁਭਵ ਹੋਣੀ ਸ਼ੁਰੂ ਹੋ ਜਾਏਗੀ। ਜਿਵੇਂ ਪਾਣੀ ਦੀਆਂ ਲਹਿਰਾਂ ਹੁੰਦੀਆਂ, ਇੱਦਾਂ ਪ੍ਰਕਾਸ਼ ਦੀ ਇੱਕ ਹਲਚਲ ਆਪਾਂ ਨੂੰ ਅਨੁਭਵ ਹੋਣੀ ਸ਼ੁਰੂ ਹੋਏਗੀ। फिर सम करके अपने आप ਨੂੰ देखो।
फिर नीचे ले जो ध्यान। सामने लेके आइए ध्यान।
ਮਸਤਕ ਦੇ ਸਾਹਮਣੇ ਲੈ ਜੋ ਧਿਆਨ, ਪਲਕਾਂ ਉੱਤੇ ਚੁੱਕ ਦੋ। ਫਿਰ ਸਾਹਮਣੇ ਲੈ ਕੇ ਆਈਏ ਧਿਆਨ। नीचे ले के आइए ध्यान।
ਸਮ ਕਰਕੇ ਆਪਣੇ ਆਪ ਨੂੰ ਦੇਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਨਾਲ ਧਿਆਨ ਹੈ, ਆਪਾਂ ਅਭਿਆਸ ਕਰਨਾ ਹੈ, ਬਾਰ ਬਾਰ ਸਮ ਕਰਨਾ ਹੈ, ਬਾਰ ਬਾਰ ਨੀਚੇ ਧਿਆਨ ਲਗਾਉਣਾ ਹੈ। ਉਦੋਂ ਤੱਕ ਆਪਾਂ ਧਿਆਉਂਦੇ ਰਹਿਣਾ ਹੈ ਜਦ ਤੱਕ ਮੁੱਖ ਪ੍ਰਕਾਸ਼ ਨਹੀਂ ਹੋ ਜਾਂਦਾ। ਨੀਚੇ ਧਿਆਉਂਦੇ ਰਹਿਣਾ ਹੈ। ਜਦੋਂ ਫਿਰ ਮੁੱਖ ਪ੍ਰਕਾਸ਼ ਹੋ ਗਿਆ, ਫਿਰ ਆਪਾਂ ਸਾਹਮਣੇ ਸਾਰੇ ਪਾਸੇ ਪ੍ਰਕਾਸ਼ ਨੂੰ ਦੇਖ ਸਕਦੇ ਹਾਂ। ਭਰਮ ਖਤਮ ਹੋ ਜਾਂਦਾ ਹੈ, ਆਪਾਂ ਉਸ ਦੇ ਵਿੱਚ ਵਸਦੇ ਹਾਂ ਅਤੇ ਉਹ ਸਾਡੇ ਵਿੱਚ ਵਸਦਾ ਹੈ। ਤਨ ਮੈਂ ਹਰ ਹੈ, ਹਰ ਮੈਂ ਤਨ ਹੈ, ਤਨ ਮੈਂ ਹਰ ਹੈ, ਸਰਬ ਨਿਰੰਤਰ ਸੋਏ। ਫਿਰ ਹਰ ਸਮੇਂ, ਹਰ ਵਕਤ, ਹਰ ਥਾਂ 'ਤੇ ਮਾਲਕ ਹੈ, ਆਪਾਂ ਉਹਦੇ ਵਿੱਚ ਹਾਂ, ਉਹ ਸਾਡੇ ਵਿੱਚ ਹੈ। ਸਭ ਘਟ ਮੇਰੇ ਹੋ ਸਭਨਾ ਅੰਦਰ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।